ਲੜੀਵਾਰ ਕਥਾ ਸੂਹੀ ਕੀ ਵਾਰ ਆਪਾਂ ਸਾਰੇ ਵਿਚਾਰ ਰਹੇ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸ਼ਲੋਕ ਨੇ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਦੀਆਂ ਉਚਾਰਨ ਕੀਤੀਆਂ ਪੌੜੀਆਂ ਨੇ 791 ਅੰਗ ਤੇ 17 ਪੌੜੀਆਂ ਸੂਹੀ ਦੀ ਵਾਰ ਦੀਆਂ ਸੰਪੰਨ ਹੋਈਆਂ ਨੇ। 18ਵਾਂ ਸ਼ਲੋਕ ਪ੍ਰਾਰੰਭ ਹੋ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪਸ ਮਾਲ। ਇਹ ਕਾਇਆ ਮਹਾਰਾਜ ਜੀ ਕਹਿੰਦੇ ਏਦਾਂ ਸਮਝ ਲਓ ਵੀ ਟਹਿਣੀਆਂ ਨੇ, ਜਿਵੇਂ ਕਿਸੇ ਦਰਖਤ ਦੀਆਂ ਟਹਿਣੀਆਂ ਹੁੰਦੀਆਂ, ਡਾਲਾਂ, ਸ਼ਾਖਾ, ਇਹ ਸ਼ਬਦ ਵਰਤ ਡਾਲ, ਸ਼ਾਖਾ, ਟਹਿਣੀ ਆਪਾਂ ਪੰਜਾਬੀ ਚ ਕਹਿੰਦੇ ਆ। ਛੋਟੇ ਆਕਾਰ ਦੀ ਹੋਵੇ ਟਹਿਣੀ, ਮੋਟੇ ਆਕਾਰ ਦੀ ਹੋਵੇ ਟਹਿਣਾ। ਇਹ ਕਾਇਆ ਟਹਿਣੀ ਸ਼ਾਖਾ ਹੈ। ਇਹਨੂੰ ਲੱਗੀਆਂ ਹੋਈਆਂ ਜਿਹੜੀਆਂ ਸਾਡੀਆਂ ਇੰਦਰੀਆਂ ਨੇ, ਜਿੰਨੀਆਂ ਵੀ ਇੰਦਰੀਆਂ ਨੇ, ਚਾਹੇ ਉਹ ਅੱਖਾਂ ਨੇ, ਚਾਹੇ ਉਹ ਨਾਸਿਕਾ ਹੈ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਸਾਰੇ ਇਸ ਟਹਿਣੀ ਦੀਆਂ ਪੱਤੇ ਹਨ। ਤੋ ਅਕਸਰ ਟਹਿਣੀਆਂ ਨੂੰ ਫੁੱਲ ਵੀ ਲੱਗੇ ਹੁੰਦੇ। ਕੋਮਲ ਫੁੱਲ ਗੁਣ, ਜਿੰਨੇ ਸ਼ੁਭ ਗੁਣ ਨੇ ਹਿਰਦੇ ਦੀ ਕੋਮਲਤਾ। ਕੋਮਲ ਦਾ ਅਰਥ ਇੱਥੇ ਮਹਾਂਪੁਰਸ਼ਾਂ ਨੇ ਕੋਮਲਤਾ ਵੀ ਕੀਤਾ, ਹਿਰਦਾ ਕੋਮਲ ਹੋਣਾ। ਸਤ ਸੰਤੋਖ, ਇਹ ਜਿੰਨੇ ਸ਼ੁਭ ਗੁਣ ਨੇ ਇਹ ਫੁੱਲ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਹਦੀ ਮਾਲਾ ਗੁੰਦੋ, ਸ਼ੁਭ ਗੁਣਾਂ ਦੀ ਮਾਲਾ ਬਣਾਓ। ਨਾਨਕ ਗੁਪਸ ਮਾਲ, ਗੁਪਸ ਮਤਲਬ ਗੁੰਦਣਾ, ਇਹਦੀ ਮਾਲਾ ਬਣਾਓ ਸ਼ੁਭ ਗੁਣਾਂ ਦੇ ਫੁੱਲਾਂ ਦੀ। ਇੱਕ ਇੱਕ ਫੁੱਲ ਧਾਗੇ ਵਿੱਚ ਪਰੋਂਦੇ ਚਲੇ ਜਾਓ। ਇਹ ਨਹੀਂ ਕਿ ਅੱਜ ਹੀ ਆ ਜਾਣਗੇ ਸਾਰੇ ਗੁਣ, ਇੱਕ ਇੱਕ ਗੁਣ ਕਰਕੇ। ਪਹਿਲਾਂ ਸਤ ਬੋਲਣਾ, ਫਿਰ ਸੰਤੋਖ, ਫਿਰ ਦਇਆ, ਖਿਮਾ। ਜਦੋਂ ਇੱਕ ਬੀਜ ਲਿਆ ਨਾ ਹਿਰਦੇ ਚ, ਬਾਕੀ ਆਪਣੇ ਆਪ ਆਈ ਜਾਂਦੇ ਆ। ਇਹਨਾਂ ਦੀ ਮਾਲਾ ਗੁੰਦ ਕੇ ਆਪਣੇ ਤਨ ਤੇ ਧਾਰਨ ਕਰੋ। ਹਾਂਜੀ। ਇੰਨੀ ਫੁੱਲੀ ਰੋ ਕਰੇ ਅਵਰ ਕਿ ਚੁਣੀਐ ਡਾਲ। ਕਹਿੰਦੇ ਇਹ ਜਿਹੜੇ ਫੁੱਲ ਨੇ ਨਾ ਸ਼ੁਭ ਗੁਣਾਂ ਦੇ, ਇਹਨਾਂ ਨਾਲ ਮਾਲਕ ਖੁਸ਼ੀ ਕਰਦਾ, ਪ੍ਰਮਾਤਮਾ ਪ੍ਰਸੰਨ ਹੁੰਦਾ। ਜੇ ਇਹਨਾਂ ਫੁੱਲਾਂ ਨਾਲ ਰੱਬ ਖੁਸ਼ ਹੁੰਦਾ ਤੇ ਫਿਰ ਮੈਂ ਹੋਰ ਡਾਲਾਂ ਤੋਂ ਜਾ ਕੇ ਫੁੱਲ ਕਾਹਨੂੰ ਚੁਣਦਾ ਫਿਰਾਂ। ਫਿਰ ਹੋਰ ਡਾਲਾਂ ਸ਼ਾਖਾਂ ਤੇ ਆ ਜਿਹੜੇ ਸੰਸਾਰੀ ਫੁੱਲ ਕਾਹਨੂੰ ਚੁਣ ਕੇ ਰੱਬ ਨੂੰ ਖੁਸ਼ ਕਰਨ ਦਾ ਤਰੀਕਾ ਅਪਣਾ ਰਿਹਾ। ਇਹ ਸ਼ੁਭ ਗੁਣ ਹਨ। ਹਾਂਜੀ। ਮਹੱਲਾ ਦੂਜਾ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਬਸੰਤ ਰਿਤੂ ਵੀ ਹੈ। ਵੈਸੇ ਬਸੰਤ ਦਾ ਅਰਥ ਹੁੰਦਾ ਹਰਸ਼, ਖੇੜਾ, ਆਨੰਦ। ਕਿਸੇ ਆਖਿਆ ਜੀ ਫਲਾਣੇ ਕੋਲ ਬੜਾ ਆਨੰਦ ਹੈ, ਫਲਾਣੀ ਥਾਂ ਤੇ ਬੜਾ ਆਨੰਦ ਹੈ, ਫਲਾਣੀ ਜਗ੍ਹਾ ਤੇ ਬੜਾ ਆਨੰਦ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਸੁਣੋ ਭਾਈ ਕਿੱਥੇ ਆਨੰਦ ਹੈ। ਨਾਨਕ ਤਿਨਾ ਬਸੰਤ ਹੈ। ਪਾਤਸ਼ਾਹ ਕਹਿੰਦੇ ਤਿਨਾਂ ਦੇ ਅੰਦਰ ਸਦਾ ਹੀ ਬਸੰਤ ਹੈ, ਸਦਾ ਹੀ ਖੇੜਾ, ਸਦਾ ਹੀ ਆਨੰਦ ਹੈ। ਨਾਨਕ ਬਸੰਤ ਚ ਸਾਰੀ ਬਨਸਪਤੀ ਖਿੜ ਜਾਂਦੀ ਹੈ ਨਾ, ਖੇੜੇ ਚ ਆ ਜਾਂਦੀ, ਤਾਂ ਹੀ ਕਹਿੰਦੇ ਨਾ ਬਸੰਤ। ਪਤਝੜ ਦੂਰ ਹੋ ਜਾਂਦੀ ਹੈ, ਨਵੇਂ ਨਵੇਂ ਫੁੱਲ ਪੱਤੇ
ਉਹ ਡਾਲੀਆਂ ਵਿੱਚੋਂ ਨਿਕਲਣੇ ਸ਼ੁਰੂ ਹੋ ਜਾਂਦੇ ਆ। ਤੋ ਕਹਿੰਦੇ ਤਿਨਾਂ ਦੇ ਘਰ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਉਹਨਾਂ ਦਾ ਪਤੀ ਵਸਦਾ, ਉੱਥੇ ਤਾਂ ਸਦਾ ਹੀ ਬਸੰਤ ਹੈ, ਉੱਥੇ ਤਾਂ ਸਦਾ ਹੀ ਖੇੜਾ, ਉੱਥੇ ਤਾਂ ਸਦਾ ਹੀ ਆਨੰਦ ਹੈ। ਹਾਂਜੀ, ਜਿਨ ਕੇ ਕੰਤ ਦਿਸਾਪੁਰੀ, ਸੇ ਅਹਨਿਸ ਫਿਰਹਿ ਜਲੰਤ। ਇਸ ਇਸਤਰੀ ਦਾ ਪਤੀ ਉਹਦੇ ਘਰ 'ਚ ਵਸਦਾ ਹੋਵੇ ਤੇ ਉਹ ਖੇੜੇ 'ਚ ਰਹਿੰਦੀ ਹੈ ਵੀ ਮੇਰਾ ਪਤੀ ਮੇਰੇ ਸਿਰ ਤੇ ਬੈਠਾ, ਦੁੱਖ ਸੁੱਖ ਵੇਲੇ ਨੇ ਭੱਜ ਕੇ ਮੇਰੀ ਮਦਦ ਕਰਨੀ। ਸੰਸਾਰੀ ਤੌਰ ਤੇ ਆਪਾਂ ਵੇਖੀਏ, ਪਰ ਜਿਸ ਇਸਤਰੀ ਦਾ ਪਤੀ ਵਿਦੇਸ਼ ਗਿਆ ਹੋਵੇ ਕਿਤੇ ਦੂਰ, ਉਹ ਆਪ ਵੀ ਪਰੇਸ਼ਾਨ ਰਹਿੰਦੀ ਹੈ, ਘਰ ਦੇ ਸਾਰੇ ਕੰਮਾਂ ਕਾਰਾਂ ਵਿੱਚ ਆਪ ਪ੍ਰਵਿਰਤ ਹੋਣਾ ਪੈਂਦਾ, ਚਿੰਤਤ ਹੈ। ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਨੇ ਇਹ ਜਾਣ ਲਿਆ, ਇੱਥੇ ਧਾਰਮਿਕ ਤੌਰ ਤੇ ਵੇਖੀਏ, ਜਿਨ੍ਹਾਂ ਜੀਵਾਂ ਨੇ ਇਹ ਜਾਣ ਲਿਆ ਕਿ ਜਿਨ੍ਹਾਂ ਦਾ ਕੰਤ ਦਿਸਾਪੁਰੀ, ਦੂਸਰੇ ਦਿਸ਼ਾਵਾਂ ਦੇ ਵਿੱਚ, ਦੂਜੀਆਂ ਪੁਰੀਆਂ ਵਿੱਚ, ਯਾਨੀ ਕਿ ਜਿਹੜੇ ਸਮਝਦੇ ਆ ਰੱਬ ਬੜੀ ਦੂਰ ਹੈ। ਬੜੇ ਨੇ ਨਾ ਜਿਹੜੇ ਕਹਿੰਦੇ ਆ ਰੱਬ ਦਾ ਘਰ ਬੜੀ ਦੂਰ ਹੈ, ਮਨਮੁਖਾਂ ਲਈ ਵਾਕਈ ਦੂਰ ਹੈ। ਗੁਰਮੁਖਾਂ ਲਈ ਤਾਂ ਭਾਵੇਂ 1800 ਕਿਲੋਮੀਟਰ ਹੋਵੇ, ਭਾਵੇਂ 18,000 ਕਿਲੋਮੀਟਰ ਹੋਵੇ, ਤੇ ਭਾਵੇਂ ਅੱਤ ਦਾ ਸਾਗਰ ਸਮੁੰਦਰ ਹੋਵੇ, ਉਹਨੇ ਤੇ ਲੰਘ ਕੇ ਚਲੇ ਹੀ ਜਾਣਾ, ਉਹਦੇ ਲਈ ਦੂਰ ਨਹੀਂ, ਮਨਮੁਖ ਲਈ ਦੂਰ ਹੈ। ਉਹ ਕਹਿੰਦਾ ਜੀ ਗੁਰਦੁਆਰਾ ਬੜੀ ਦੂਰ ਹੈ ਜੀ ਸਾਡੇ ਘਰੋਂ। ਪੁੱਛੋ ਕਿੰਨਾ ਕੁ ਦੂਰ? ਕਹਿੰਦਾ ਜੀ ਕਿਲੋਮੀਟਰ ਪੈ ਜਾਂਦਾ। ਉਹ ਜਿਹੜੇ ਕਾਬਲ ਤੋਂ ਆਉਂਦੇ ਸੀ ਪੈਦਲ ਚੱਲ ਕੇ ਆਨੰਦਪੁਰ ਸਾਹਿਬ, ਉਹਨਾਂ ਲਈ ਕਿੰਨਾ ਕੁ ਦੂਰ ਹੋਵੇਗਾ ਕਾਬਲ ਤੋਂ ਆਨੰਦਪੁਰ ਸਾਹਿਬ? ਉਹ ਸਿੰਗਲਾ ਦੀਪ ਦਾ ਟਾਪੂ ਦੇ ਜਗਨਨਾਥਪੁਰੀ ਤੋਂ ਜਦੋਂ 10ਵੇਂ ਪਾਤਸ਼ਾਹ ਦੇ ਚਰਨਾਂ 'ਚ ਆਏ, ਉਹ ਗੁਜਰਾਤ ਦੇ ਵਿੱਚੋਂ, ਦਵਾਰਕਾ ਵਿੱਚੋਂ ਜਦੋਂ 5 ਪਿਆਰਿਆਂ 'ਚੋਂ ਹਾਜ਼ਰ ਹੋਏ ਭਾਈ ਮੋਹਕਮ ਸਿੰਘ, ਉਹਨਾਂ ਲਈ ਕਿੰਨੀ ਕੁ ਦੂਰ ਹੋਵੇਗਾ? ਇਹ ਸਾਡੇ ਮਨ ਦੀ ਬਿਰਤੀ, ਮਨਮੁਖਾਂ ਲਈ ਦੂਰ ਹੈ, ਗੁਰਮੁਖਾਂ ਲਈ ਨਹੀਂ। ਤੇ ਮਨਮੁਖ ਕਹਿੰਦੇ ਰੱਬ ਬੜੀ ਦੂਰ ਹੈ, ਤੇ ਫਿਰ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਕੰਤ, ਜਿਨ੍ਹਾਂ ਨੇ ਸਮਝ ਲਿਆ ਬੜੀ ਦੂਰ ਹੈ, ਉਹ ਜੀਵ ਰਾਤ ਦਿਨ ਸੜਦੇ ਨੇ ਵਿਸ਼ਿਆਂ ਵਿਕਾਰਾਂ ਦੀ ਅੱਗ 'ਚ। ਜਿਨ ਕੇ ਕੰਤ ਦਿਸਾਪੁਰੀ, ਇਹ ਸ਼ਬਦ ਤੁਸੀਂ ਅਕਸਰ ਸੁਣੋਗੇ ਰਾਗੀ ਸਿੰਘਾਂ ਦੀ ਰਸਨਾ ਤੋਂ, ਜਦੋਂ ਮਾਘ ਦੇ ਮਹੀਨੇ 'ਚ ਬਸੰਤ ਰੁੱਤ ਗਾਈ ਜਾਂਦੀ, ਬਸੰਤ ਰਾਗ ਗਾਇਆ ਜਾਂਦਾ। ਇਹ ਸ਼ਬਦ ਅਕਸਰ ਆਪਾਂ ਪੜ੍ਹਦੇ, ਸਾਰਿਆਂ ਨੂੰ ਤਕਰੀਬਨ ਚੇਤੇ ਹੀ ਹੋਵੇਗਾ ਕਿ ਬਸੰਤ ਉਹਨਾਂ ਦੇ ਘਰ ਹੈ ਜਿੱਥੇ ਖੇੜਾ, ਜਿੱਥੇ ਰੱਬ ਵਸਦਾ ਹੈ। ਤੇ ਜਿਨ੍ਹਾਂ ਦਾ ਰੱਬ, ਜਿਨ੍ਹਾਂ ਨੇ ਇਹ ਸਮਝ ਲਿਆ ਬੜੀ ਦੂਰ ਹੈ, ਉਹ ਜੀਵ ਤਾਂ ਫਿਰ ਰਾਤ ਦਿਨ ਸੜਦੇ ਨੇ। ਜਿਨ ਕੇ ਕੰਤ ਦਿਸਾਪੁਰੀ, ਸੇ ਅਹਨਸ, ਅਹਨਸ ਮਤਲਬ ਰਾਤ ਦਿਨ, ਫਿਰ ਹੈ ਜਲੰਦ, ਸੜਦੇ ਫਿਰਦੇ ਆ, ਕਦੇ ਈਰਖਾ ਦੀ ਅੱਗ 'ਚ, ਕਦੇ ਦੁਐਸ਼ ਦੀ ਅੱਗ 'ਚ ਕ੍ਰਿਜਦੇ ਫਿਰਦੇ ਹਨ। ਪੌੜੀ ਆਪੇ ਬਖਸ਼ੇ ਦਇਆ ਕਰ, ਗੁਰ ਸਤਿਗੁਰ ਬਚਨੀ। ਹੇ ਪ੍ਰਭੂ, ਹੇ ਮੇਰੇ ਮਾਲਕ, ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਫਰਮਾਉਂਦੇ ਇਹ ਪੌੜੀ ਕਿ ਹੇ ਪ੍ਰਭੂ, ਜਿਨ੍ਹਾਂ ਤੇ ਦਇਆ ਕਰਕੇ, ਜਿਨ੍ਹਾਂ ਨੂੰ ਤੁਸੀਂ ਬਖਸ਼, ਆਪੇ ਬਖਸ਼ੇ ਦਇਆ ਕਰ, ਗੁਰ ਸਤਿਗੁਰ ਬਚਨੀ। ਜਿਹੜੇ ਗੁਰੂ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਭਰੋਸਾ ਰੱਖਦੇ, ਗੁਰੂ ਕੇ ਬਚਨਾਂ ਨਾਲ, ਗੁਰੂ ਕਹਿ ਦਿੰਦਾ ਹੈ ਇਹ ਮੇਰਾ ਹੈ, ਉਹ ਫਿਰ ਬਖਸ਼ਿਆ ਜਾਂਦਾ। ਉਹਨੂੰ ਦਇਆ ਕਰਕੇ ਸਾਹਿਬ ਜੀ ਬਖਸ਼ ਲੈਂਦੇ ਹਨ। ਅਨ ਦਿਨ ਸੇਵੀ ਗੁਣ ਰਵਾ, ਮਨ ਸੱਚੈ ਰਚਨੀ। ਜਿਹੜੇ ਸਤਿਗੁਰਾਂ ਦੇ ਬਚਨਾਂ ਵਿੱਚ ਚੱਲਦੇ ਨੇ ਨਾ, ਗੁਰੂ ਕੇ ਬਚਨਾਂ ਅਨੁਸਾਰ ਚੱਲਦੇ ਨੇ, ਉਹਨਾਂ ਤੇ ਸਤਿਗੁਰੂ ਜੀ ਦਇਆ ਕਰਕੇ ਉਹਨਾਂ ਨੂੰ ਬਖਸ਼ ਲੈਂਦੇ ਨੇ। ਅਨ ਦਿਨ ਸੇਵੀ ਗੁਣ ਰਵਾ, ਮਨ ਸੱਚਾ ਰਚਨੀ। ਉਹ ਰਾਤ ਦਿਨ ਆਪਣੇ ਮਾਲਕ ਨੂੰ ਸੇਵਦੇ ਨੇ, ਉਹਦੇ ਗੁਣਾਂ ਨੂੰ ਉਚਾਰਦੇ ਨੇ, ਔਰ ਉਹਨਾਂ ਦਾ ਮਨ ਸੱਚ 'ਚ ਰਚ ਜਾਂਦਾ ਹੈ, ਸੱਚ ਉਹਨਾਂ ਦੇ ਮਨ 'ਚ ਰਚ ਜਾਂਦਾ ਹੈ। ਪ੍ਰਭ ਮੇਰਾ ਬੇਅੰਤ ਹੈ,
ਅੰਤ ਕਿਨੈ ਨ ਲਖਨੀ। ਮੇਰਾ ਰੱਬ ਬੇਅੰਤ ਹੈ। ਮੇਰਾ ਰੱਬ ਉਹ ਨਹੀਂ ਜਿਹੜਾ ਹੱਦਾਂ ਵਿੱਚ ਰਹਿ ਜਾਏ। ਮੇਰਾ ਰੱਬ ਉਹ ਨਹੀਂ ਜਿਹੜਾ ਇੱਕ ਸੀਮਾ ਵਿੱਚ ਬੱਧ ਹੋ ਜਾਏ। ਮੇਰਾ ਪ੍ਰਭੂ ਬੇਅੰਤ ਹੈ, ਬੇਅੰਤ। ਪ੍ਰਭ ਮੇਰਾ ਬੇਅੰਤ ਹੈ। ਜਦੋਂ ਲਾਂ ਪੂਰੀ ਉਚਾਰਨ ਬੇਅੰਤ ਹੈ ਤੇ ਬੜਾ ਸਵਾਦ ਆਵੇਗਾ। ਬੇਅੰਤ ਹੈ, ਅੰਤ ਹੀ ਨਹੀਂ ਜਿਸ ਦਾ, ਬੇਰਹਿਤ ਹੈ ਅੰਤ ਤੋਂ। ਅੰਤ ਕਿਨੈ ਨਾ ਲਖਨੀ, ਕਿਸੇ ਨੇ ਵੀ ਉਹਦਾ ਅੰਤ ਨਹੀਂ ਲਖਿਆ, ਕਿਸੇ ਨੇ ਵੀ ਉਹਦਾ ਅੰਤ ਨਹੀਂ ਜਾਣਿਆ। ਉਹ ਬੇਅੰਤ ਹੈ। ਸਤਿਗੁਰ ਚਰਣੀ ਲੱਗਿਆ, ਹਰ ਨਾਮ ਨਿਤ ਜਪਨੀ। ਸਤਿਗੁਰਾਂ ਦੇ ਚਰਣੀ ਲੱਗਿਆ, ਸਤਿਗੁਰੂ ਜੀ ਦੇ ਚਰਣੀ ਲੱਗਿਆ, ਹਰੀ ਪਰਮੇਸ਼ਰ ਦਾ ਨਾਮ ਨਿਤ ਜਪਦੇ ਹਾਂ। ਹਾਂਜੀ। ਜੋ ਇੱਛਾ ਸੋ ਫਲ ਪਾਏ ਸੀ, ਸਭ ਘਰੈ ਵਿੱਚ ਜਚਨੀ। ਕਹਿੰਦੇ ਜਦੋਂ ਸਤਿਗੁਰਾਂ ਦੇ ਚਰਣੀ ਲੱਗ ਕੇ ਪਰਮੇਸ਼ਰ ਦਾ ਭਜਨ ਕਰੀਏ, ਨਿਰੰਕਾਰ ਦੀ ਬੰਦਗੀ ਕਰੀਏ, ਤਾਂ ਕਹਿੰਦੇ ਭਾਈ ਜੋ ਮਨ ਚਿੱਛੋਗੇ, ਜੋ ਚਿਤਵੋਗੇ, ਉਹ ਫਲ ਪਾਏ ਸੀ ਪ੍ਰਾਪਤ ਹੋਵੇਗਾ। ਤੇ ਭਜਨ ਕਰਨ ਵਾਲਾ ਬੰਦਾ ਕਦੇ ਮਾੜੀ ਕਲਪਨਾ ਨਹੀਂ ਰੱਖਦਾ ਮਨ 'ਚ, ਮਾੜਾ ਫਲ ਇੱਛਾ ਨਹੀਂ ਚਿਤਵਦਾ। ਪਰਮੇਸ਼ਰ ਦੇ ਭਜਨ ਦੇ ਵਿੱਚ ਰੰਗਿਆ ਹੋਇਆ ਸ਼ੁਭ ਇੱਛਾ ਦਾ ਧਾਰ ਨਹੀਂ ਹੁੰਦਾ। ਉਹ ਕਦੇ ਕਿਸੇ ਦੂਜੇ ਦਾ ਵੀ ਬੁਰਾ ਨਹੀਂ ਮੰਗਦਾ। ਉਹ ਕਹਿੰਦਾ ਸਭ ਦਾ ਭਲਾ ਕਰੀ ਮਾਲਕਾ। ਜੋ ਇੱਛਦਾ ਹੈ ਉਹ ਫਲ ਉਹਨੂੰ ਪ੍ਰਾਪਤ ਹੋ ਜਾਂਦਾ। ਜੋ ਇੱਛਾ ਸੋ ਫਲ ਪਾਏ, ਸਭ ਘਰੈ ਵਿੱਚ ਜਚਨੀ। ਉਹਦੇ ਹਿਰਦੇ ਰੂਪੀ ਘਰ ਵਿੱਚ ਸਭ ਕੁਝ ਜਚ ਜਾਂਦਾ ਹੈ। ਯਾਨੀ ਕਿ ਸਤ, ਸੰਤੋਖ, ਦਇਆ, ਖਿਮਾ, ਇਹ ਜਿੰਨੇ ਸ਼ੁਭ ਗੁਣ ਨੇ ਉਹਦੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਸ ਜਾਂਦੇ ਹਨ। ਇਹ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਨੇ ਪੌੜੀ ਉਚਾਰੀ ਹੈ। 18 ਪੌੜੀਆਂ ਸੂਹੀ ਕੀ ਵਾਰ ਦੀਆਂ ਸੰਪੰਨ ਹੋਈਆਂ ਹਨ। ਅੱਗੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਪ੍ਰਾਰੰਭ ਹੋ ਰਹੇ ਨੇ। ਨਾਲ ਹੀ ਉਹ ਅਗਲਿਆਂ ਪ੍ਰਕਰਨਾਂ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਵਿਚਾਰਾਂਗੇ। ਹੋਈਆਂ ਫੁੱਲਾਂ ਚੁੱਕਾਂ ਦੇ ਖਿਮਾ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਨਾਨਕ ਤੇ ਨਾਮ ਬਸੰਤ ਹੈ, ਨਾਨਕ ਤੇ ਨਾਮ ਬਸੰਤ ਹੈ, ਨਾਨਕ ਤੇ ਨਾਮ ਬਸੰਤ ਹੈ, ਨਾਨਕ ਤੇ ਨਾਮ ਬਸੰਤ ਹੈ। ਜਿਨ ਘਰ ਵਸਿਆ ਕੰਤ, ਜਿਨ ਘਰ ਵਸਿਆ ਕੰਤ, ਜਿਨ ਘਰ ਵਸਿਆ ਕੰਤ, ਜਿਨ ਘਰ ਵਸਿਆ ਕੰਤ। ਜਿਨ ਕੇ ਕੰਤ ਦਿਸਾ ਪੁਰੀ, ਜਿਨ ਕੇ ਕੰਤ ਦਿਸਾ ਪੁਰੀ, ਜਿਨ ਕੇ ਕੰਤ ਦਿਸਾ ਪੁਰੀ, ਜਿਨ ਕੇ ਕੰਤ ਦਿਸਾ ਪੁਰੀ। ਸੇ ਅਹਨਸ ਫਿਰੈ ਜਲੰਤ, ਸੇ ਅਹਨਸ ਫਿਰੈ ਜਲੰਤ, ਸੇ ਅਹਨਿਸ ਫਿਰੈ ਜਲੰਤ, ਸੇ ਅਹਨਿਸ ਫਿਰੈ ਜਲੰਤ। ਵਾਹਿਗੁਰੂ ਵਾਹਿਗੁਰੂ, 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 ਜੀ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।